हाँ जी, वेलकम जी आप ਸਭ ਦਾ ਪੰਜਾਬੀ ਇਮੀਚੀ ਚੈਨਲ ਦੇ ਉੱਤੇ ਸਭ ਵੀਰਾਂ ਭੈਣਾਂ ਦਾ ਬਜ਼ੁਰਗਾਂ ਦਾ ਬਹੁਤ-ਬਹੁਤ ਸਵਾਗਤ ਆ ਜੀ। ਜਿਸ ਤਰ੍ਹਾਂ ਤੁਹਾਨੂੰ ਪਤਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਈਆਂ ਖਬਰਾਂ ਇਸ ਚੈਨਲ ਦੇ ਉੱਤੇ ਤੇ ਲੈ ਕੇ ਹਾਜ਼ਰ ਹਾਂ ਕੁਝ ਖਾਸ ਨਵੀਆਂ ਅਪਡੇਟਸ। ਗੱਲ ਕਰਾਂਗੇ ਜੀ ਆਪਾਂ 24 ਜੁਲਾਈ ਦੀ, ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਨਵੀਆਂ ਅਪਡੇਟਸ। ਸਭ ਤੋਂ ਪਹਿਲਾਂ ਵੀਰੋ ਗੱਲ ਕਰੀਏ ਨਵੇਂ ਕੇਸਿਸ ਦੀ। ਇਟਲੀ ਵਿੱਚ ਅੱਜ 5140 ਜਿਹੜਾ ਕੇਸ ਜੀ ਨਵਾਂ ਆਇਆ ਆ। 5 ਲੋਕਾਂ ਦੀ ਮੌਤ ਹੋਈ ਹੈ ਤੇ ਅੱਜ ਜਿਹੜੇ ਇਹਦੇ ਨਾਲ ਆਪਣੇ ਜਿਹੜੇ ਐਕਟਿਵ ਕੇਸ ਜਿਹੜੇ ਆ ਜੀ ਉਹਨਾਂ ਦੀ ਗਿਣਤੀ ਜਿਹੜੀ ਆ 62523 ਤੇ ਜਿਹੜੀ ਆ ਪਹੁੰਚ ਗਈ ਹੈ। ਤੇ ਆਪਣੀ ਜਿਹੜੀ ਗਿਣਤੀ ਹੈ ਜੀ 40,000 ਤੋਂ ਦੁਬਾਰਾ ਮੁੜ ਕੇ 62,000 ਤੇ ਜਿਹੜੀ ਹੈ ਦੁਬਾਰਾ ਫਿਰ ਤੋਂ ਜਿਹੜੀ ਆ ਗਈ ਹੈ। ਇਸ ਤੋਂ ਇਲਾਵਾ ਬਾਕੀ ਜਿਹੜੇ ਤੁਹਾਨੂੰ ਆਪਾਂ ਕੇਸ ਉਹ ਤੁਹਾਨੂੰ ਐਂਡ ਦੇ ਵਿੱਚ ਦੱਸਾਂਗੇ ਵੀਡੀਓ ਦੇ, ਪਰ ਉਸ ਤੋਂ ਪਹਿਲਾਂ ਆਪਾਂ ਹੋਰ ਦੇਖਦੇ ਹਾਂ ਉਹਦੀਆਂ ਕੁਝ ਖਾਸ ਖਬਰਾਂ। ਤੇ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓ ਨਹੀਂ ਚੈੱਕ ਕੀਤੀਆਂ ਕੱਲ੍ਹ ਵਾਲੀਆਂ ਜਾਂ ਪਰਸੋਂ ਵਾਲੀਆਂ, ਤੇ ਇੱਕ ਰਿਕੁਐਸਟ ਹੈ ਵੀ ਜਾ ਕੇ ਚੈੱਕ ਜ਼ਰੂਰ ਕਰ ਲਿਓ। ਉਹਦੇ ਵਿੱਚ ਆਪਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਦਿੱਤੀ ਹੋਈ ਹੈ ਗ੍ਰੀਨ ਪਾਸ ਦੇ ਨਾਲ ਰਿਲੇਟਿਡ ਤੇ ਸਤਾਦੋ ਦੀ ਐਮਰਜੈਂਸੀ ਜਿਹੜੀ ਹੈ ਇਹਦੇ ਨਾਲ ਰਿਲੇਟਿਡ। ਤੇ ਉਹਦੇ ਵਿੱਚ ਪੂਰੀ ਫੁੱਲ ਡਿਟੇਲ ਦੇ ਨਾਲ ਆਪਾਂ ਵੀਡੀਓ ਪਾਈ ਹੋਈ ਹੈ ਤੇ ਕਿਹੜੇ ਰੂਲਸ ਹੈ, ਕਿੱਥੇ ਲਾਗੂ ਹੋਣੇ ਆ, ਸਾਰਾ ਕੁਝ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ। ਸੋ ਕੋਈ ਵੀ ਵੀਰ ਆਪਣਾ ਜਿਹੜੇ ਨਹੀਂ ਦੇਖੀ ਵੀਡੀਓ ਜਾ ਕੇ ਤੁਸੀਂ ਚੈੱਕ ਜ਼ਰੂਰ ਕਰ ਸਕਦੇ ਆ। ਸੋ ਇਸ ਤੋਂ ਬਾਅਦ ਵੱਧਦੇ ਹਾਂ ਜੀ ਇੱਕ ਹੋਰ ਅਪਡੇਟ ਦੇ ਵੱਲ। ਗ੍ਰੀਨ ਪਾਸ ਨੂੰ ਹੀ ਲੈ ਕੇ ਇਹ ਅਪਡੇਟ ਹੈ ਤੇ ਇਹ ਹਸਪੀਟਲਸ ਦੇ ਨਾਲ ਰਿਲੇਟਿਡ ਹੈ ਵੀ ਜੇਕਰ ਕੋਈ ਪੇਸ਼ੈਂਟ ਜਿਹੜਾ ਜੀ ਹਸਪੀਟਲ ਵਿੱਚ ਜਾਂਦਾ ਹੈ ਜਾਂ ਬਿਮਾਰ ਹੈ ਉਹਦੇ ਵਾਸਤੇ ਇਹ ਅਪਡੇਟ ਹੈ। ਇਸ ਤੋਂ ਇਲਾਵਾ ਕਈ ਆਪਣੇ ਵੀਰਾਂ ਦੇ ਸਾਨੂੰ ਸਵਾਲ ਜਿਹੜੇ ਆ ਕਾਫੀ ਆ ਰਹੇ ਆ ਵੀ ਆਪਣੇ ਕਾਫੀ ਵੀਰਾਂ ਨੂੰ ਕਨਫਿਊਜ਼ਨ ਜਿਹੜੀ ਹੋਈ ਹੈ ਸਤਾਦੋ ਦੀ ਐਮਰਜੈਂਸੀ ਨੂੰ ਲੈ ਕੇ ਵੀ ਭਾਜੀ ਸਤਾਦੋ ਦੀ ਐਮਰਜੈਂਸੀ ਜਿਹੜੀ ਹੈ 31 ਤਰੀਕ ਤੱਕ ਆ, ਇਹ ਵਧਾ ਦਿੱਤੀ ਗਈ ਹੈ ਜਾਂ ਇਹ ਹਲੇ ਵਧਣੀ ਆ। ਸੋ ਜਿਹੜੀ ਵੀ ਸਤਾਦੋ ਦੀ ਐਮਰਜੈਂਸੀ ਜਿਹੜੀ ਹੈ ਜੀ ਇਹ ਜਿਹੜੀ ਹੈ 31 ਦਸੰਬਰ ਤੱਕ ਜਿਹੜੀ ਹੈ ਵਧਾ ਦਿੱਤੀ ਗਈ ਹੈ। ਤੁਹਾਨੂੰ ਆਪਾਂ ਸਭ ਤੋਂ ਪਹਿਲਾਂ ਵੀਡੀਓ ਪਾ ਕੇ ਦੱਸਿਆ ਸੀਗਾ ਇਸ ਚੈਨਲ ਦੇ ਉੱਤੇ ਵੀ ਸਤਾਦੋ ਦੀ ਐਮਰਜੈਂਸੀ ਜਿਹੜੀ ਹੈ ਜੀ 31 ਦਸੰਬਰ ਤੱਕ ਵਧਾ ਦਿੱਤੀ ਜਾਣੀ ਆ। ਸੋ ਹੁਣ ਜਿਹੜੀ ਹੈ ਵਧਾ ਦਿੱਤੀ ਗਈ ਆ। ਇਸ ਤੋਂ ਇਲਾਵਾ ਰੈੱਡ ਜ਼ੋਨ, ਯੈਲੋ ਜ਼ੋਨ ਤੇ ਬਿਆਂਕੋ ਜ਼ੋਨ ਤੇ ਜਿਹੜਾ ਔਰੇਂਜ ਜ਼ੋਨ ਹੁੰਦੇ ਆ, ਇਹਨਾਂ ਦੇ ਜਿਹੜੇ ਹੁਣ ਕਲਰ ਹੈ ਕਦੋਂ ਚੇਂਜ ਕੀਤੇ ਜਾਣੇ ਆ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਦੱਸਤਾ ਸੀਗਾ ਸਭ ਤੋਂ ਪਹਿਲਾਂ ਚੈਨਲ ਦੇ ਉੱਤੇ ਵੀ ਜਿਹੜੇ ਨਵੇਂ ਇਹਦੇ ਪੈਰਾਮੀਟਰਸ ਆ ਉਹ ਜਿਹੜੇ ਚੇਂਜ ਕਰ ਦਿੱਤੇ ਗਏ ਆ। ਇਸ ਤੋਂ ਇਲਾਵਾ ਜਿਹੜਾ ਗ੍ਰੀਨ ਪਾਸ ਜਿਹੜਾ ਆ ਜੀ ਇਹ 6 ਤਰੀਕ ਤੋਂ ਹਾਲੇ ਓਬਲੀਗੇਟਰੀ ਹੋਣਾ ਆ। ਫਿਲਹਾਲ ਹਲੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਗਾ, ਅੱਜ 24 ਤਰੀਕ ਹੈ ਤੇ ਹਲੇ ਜਿਹੜੇ ਆ ਤਕਰੀਬਨ 2 ਹਫ਼ਤੇ ਵਿੱਚ ਜਿਹੜੇ ਆ ਜੀ ਪਏ ਆ। ਇਸ ਤੋਂ ਇਲਾਵਾ ਆਪਣੇ ਬਹੁਤ ਵੀਰ ਸਾਨੂੰ ਪੁੱਛ ਰਹੇ ਆ ਭਾਜੀ ਸਾਡੇ ਸਿਰਫ ਹਲੇ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਹੈ ਤੇ ਸਾਨੂੰ ਗ੍ਰੀਨ ਪਾਸ ਮਿਲੇਗਾ ਜਾਂ ਨਹੀਂ ਮਿਲੇਗਾ। ਬਿਲਕੁਲ ਮਿਲੇਗਾ ਤੁਹਾਨੂੰ, ਜਿਹੜੇ ਤੁਹਾਡੀ ਡੋਜ਼ ਪਹਿਲੀ ਲੱਗੀ ਹੋਈ ਹੈ ਤੁਹਾਨੂੰ ਬਿਲਕੁਲ ਗ੍ਰੀਨ ਪਾਸ ਜਿਹੜਾ ਜੀ ਮਿਲ ਜਾਣਾ ਆ। ਇਸ ਤੋਂ ਇਲਾਵਾ ਕਈ ਆਪਣੇ ਵੀਰ ਐਸੇ ਆ ਜਿਨ੍ਹਾਂ ਨੂੰ ਕੋਵਿਡ ਪਹਿਲਾਂ ਹੋ ਚੁੱਕਾ, ਉਹਨਾਂ ਦੇ ਵੈਕਸੀਨ ਨਹੀਂ ਹਲੇ ਲੱਗਣੀ ਹੈਗੀ, ਪਰ ਉਹ ਵੀ ਸਾਨੂੰ ਪੁੱਛ ਰਹੇ ਆ ਵੀ ਭਾਜੀ ਅਸੀਂ ਸਾਨੂੰ ਗ੍ਰੀਨ ਪਾਸ ਦਿੱਤਾ ਜਾਣਾ ਜਾਂ ਨਹੀਂ ਦਿੱਤਾ ਜਾਣਾ, ਅਸੀਂ ਠੀਕ ਹੋ ਗਏ ਹਾਂ ਕੋਵਿਡ ਤੋਂ। ਸੋ ਬਿਲਕੁਲ ਤੁਹਾਨੂੰ ਗ੍ਰੀਨ ਪਾਸ ਵੀਰੋਂ ਮਿਲਣਾ ਆ। ਤੁਸੀਂ ਜੇਕਰ ਪਿਛਲੇ ਜਿਹੜੇ ਆ 6 ਮਹੀਨਿਆਂ ਦੇ ਵਿੱਚ ਜਿਹੜਾ ਤੁਹਾਨੂੰ ਕੋਵਿਡ ਹੋਇਆ ਆ ਪਿਛਲੇ 6 ਮਹੀਨਿਆਂ ਦੇ ਵਿੱਚ, ਉਸ ਵਕਤ ਤੁਹਾਨੂੰ ਜਿਹੜਾ ਹੈ ਬਿਲਕੁਲ ਤੁਹਾਨੂੰ ਜਿਹੜਾ ਗ੍ਰੀਨ ਪਾਸ ਜਿਹੜਾ ਦਿੱਤਾ ਜਾਣਾ ਆ। ਤੇ ਜੇ ਕਿਸੇ ਦਾ ਵੈਕਸੀਨ ਨਹੀਂ ਲੱਗੀ ਹੈਗੀ ਜਾਂ ਕਿਸੇ ਕੋਈ ਕੋਵਿਡ ਦੇ ਨਾਲ ਖੁਸ਼ਕਿਸਮਤੀ ਦੀ ਆ ਵੀ ਨਹੀਂ ਬਿਮਾਰ ਹੋਇਆ, ਉਹ ਬੰਦੇ ਨੂੰ ਵੀ ਘਬਰਾਉਣ ਦੀ ਲੋੜ ਹੈ ਨਹੀਂ ਗੀ। ਤੁਸੀਂ ਆਪਣਾ ਟੈਸਟ ਵੀ ਜਿਹੜਾ ਕਰਾ ਸਕਦੇ ਆ 48 ਘੰਟੇ ਵਾਸਤੇ, ਜਿਹੜਾ ਗ੍ਰੀਨ ਪਾਸ ਤੁਹਾਡਾ ਉਹ ਵੀ ਜਿਹੜਾ ਵੈਲਿਡ ਰਹਿਣਾ ਆ ਤੰਪੂਨੇ ਕਰਾ ਕੇ। ਇਸ ਤੋਂ ਇਲਾਵਾ ਵੀਰੋ ਇਹਦੀਆਂ ਜਿਹੜੀਆਂ 2 ਜਿਹੜੇ ਪਾਸ ਹੁੰਦੇ ਆ, ਇਹ ਜਦੋਂ ਤੁਹਾਡੇ ਪਹਿਲੀ ਡੋਜ਼ ਲੱਗਦੀ ਹੈ ਜਿਹੜਾ ਤੁਹਾਨੂੰ ਉਹ ਗ੍ਰੀਨ ਪਾਸ ਮਿਲਦਾ ਆ ਉਹ ਜਿਹੜਾ ਵੈਲਿਡ ਹੁੰਦਾ ਆ ਜਦ ਤੱਕ ਤੁਹਾਡੀ ਸੈਕਿੰਡ ਡੋਜ਼ ਨਹੀਂ ਲੱਗਦੀ। ਜੋ ਤੁਹਾਡੇ ਸੈਕਿੰਡ ਡੋਜ਼ ਲੱਗ ਜਾਂਦੀ ਹੈ ਉਸ ਤੋਂ ਬਾਅਦ ਫਿਰ ਜਿਹੜੀ ਸੈਕਿੰਡ ਡੋਜ਼ ਤੋਂ ਬਾਅਦ ਜਿਹੜਾ ਗ੍ਰੀਨ ਪਾਸ ਮਿਲਦਾ ਆ ਉਹ ਜਿਹੜਾ ਪਾਸ ਹੈ ਜੀ ਉਹਦੀ ਜਿਹੜੀ ਵੈਲਿਡਿਟੀ ਆ ਉਹ 9 ਮਹੀਨਿਆਂ ਦੀ ਆ, 9 ਮੰਥਸ ਦੀ ਉਹਦੀ ਵੈਲਿਡਿਟੀ ਆ। ਉਸ ਤੋਂ ਬਾਅਦ ਜਿਹੜਾ ਪਾਸ ਹੈ ਖਤਮ ਹੋ ਜਾਣਾ। ਇਸ ਤੋਂ ਇਲਾਵਾ ਇੱਕ ਜਿਹੜੀ ਹੋਰ ਚੀਜ਼ ਆ ਜਿਹੜੀ ਸ਼ਾਇਦ ਤੁਹਾਨੂੰ ਕਿਸੇ ਨਹੀਂ ਦੱਸੀ ਹੋਣੀ ਹਾਲੇ ਤੱਕ, ਵੀ ਜਿਹੜਾ ਗ੍ਰੀਨ ਪਾਸ ਆ ਉਹ ਕਿਹੜਾ ਜਿਹੜਾ ਐਸਾ ਬੰਦਾ ਜਿਹਨੂੰ ਗ੍ਰੀਨ ਪਾਸ ਦੀ ਲੋੜ ਨਹੀਂ ਗਈ, ਵੀ ਕਿਹੜਾ ਬੰਦਾ ਜਿਹੜਾ ਐਸੈਂਟਾਤੋ ਆ ਓਬਲੀਗੋ ਦੀ ਗ੍ਰੀਨ ਪਾਸ ਤੋਂ, ਜਿਹੜਾ ਬੰਦੇ ਕੋ ਵੀਰੋ ਸਰਟੀਫਿਕੇਟਸ ਮੈਡੀਕੋ ਆ, ਯਾਨੀ ਕਿ ਜੇਕਰ ਕਿਸੇ ਆਪਣੇ ਬੰਦੇ ਨੂੰ ਪ੍ਰੋਬਲਮ ਆ ਪਰ ਨੂੰ ਡਾਕਟਰਾਂ ਵੱਲੋਂ ਸਰਟੀਫਿਕੇਟ ਦਿੱਤਾ ਗਿਆ ਵੀ ਇਸ ਬੰਦੇ ਨੂੰ ਜਿਹੜੀ ਗ੍ਰੀਨ ਪਾਸ ਲੈਣ ਦੀ ਲੋੜ ਹੈ ਨਹੀਂ ਗੀ, ਜਾਂ ਕਿਸੇ ਨੂੰ ਕੋਈ ਕਰੋਨਿਕ ਬਿਮਾਰੀ ਆ ਜਿਹੜਾ ਆਪਣੀ ਵੈਕਸੀਨ ਨਹੀਂ ਲਵਾ ਸਕਦਾ, ਉਹਨਾਂ ਵਾਸਤੇ ਗ੍ਰੀਨ ਪਾਸ ਲੈਣ ਦੀ ਉਹਨਾਂ ਨੂੰ ਲੋੜ ਹੈ ਨਹੀਂ ਗੀ। ਇਸ ਤੋਂ ਇਲਾਵਾ ਰੈਸਟੋਰੈਂਟ ਵਾਲੇ ਜਿਹੜੇ ਆਪਣੇ ਜਿਹਨਾਂ ਦਾ ਆਪਣਾ ਕੋਈ ਰੈਸਟੋਰੈਂਟ ਹੈ ਜਾਂ ਆਪਣੀ ਕੋਈ ਬਾਰ ਵਗੈਰਾ ਹੈ, ਜੇਕਰ ਉਸ ਚੀਜ਼ ਨੂੰ ਫੋਲੋ ਨਹੀਂ ਕਰਦੇ ਹੈਗੇ ਤਾਂ ਉਹਨਾਂ ਵਾਸਤੇ ਜਿਹੜੀ ਸਜ਼ਾ ਵੀ ਸਰਕਾਰ ਵੱਲੋਂ ਦੱਸੀ ਗਈ ਆ। ਸਜ਼ਾ ਇਹਨਾਂ ਵਾਸਤੇ ਇਹ ਆ ਵੀ ਉਹਨਾਂ ਵਾਸਤੇ ਜਿਹੜਾ ਇੱਕ ਤਾਂ ਜੁਰਮਾਨਾ ਜਿਹੜਾ ਉਹਨਾਂ ਨੂੰ ਕੀਤਾ ਜਾਣਾ ਆ, ਤੇ ਜੁਰਮਾਨਾ ਜਿਹੜਾ ਭਾਰੀ ਹੋ ਸਕਦਾ ਉਹਨਾਂ ਨੂੰ। ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਦੁਕਾਨ ਆ ਕੋਈ ਵੀ ਜੇ ਆਪਣੇ ਰੈਸਟੋਰੈਂਟ ਹੋਵੇ ਜਾਂ ਕੋਈ ਹੋਰ ਹੋਵੇ, ਉਹ ਜਿਹੜੀ ਹੈ ਦੁਕਾਨ ਜਿਹੜੀ ਹੈ ਬੰਦ ਕਰ ਦਿੱਤੀ ਜਾਣੀ ਹੈ। 1 ਦਿਨ ਤੋਂ ਲੈ ਕੇ 10 ਦਿਨਾਂ ਤੱਕ ਦੁਕਾਨ ਜਿਹੜੀ ਹੈ ਬੰਦ ਰਹਿ ਸਕਦੀ ਆ। ਤੇ ਵੀਰੋ ਇਸ ਤੋਂ ਇਲਾਵਾ ਜੇਕਰ ਤੁਸੀਂ ਹੁਣ 6 ਤਰੀਕ ਤੋਂ ਬਿਨਾਂ ਗ੍ਰੀਨ ਪਾਸ ਤੋਂ ਫੜੇ ਜਾਂਦੇ ਆ ਜਾਂ ਤੁਸੀਂ ਬਿਨਾਂ ਗ੍ਰੀਨ ਪਾਸ ਤੋਂ ਕਿਸੇ ਪਾਸੇ ਕੋਸ਼ਿਸ਼ ਕਰਦੇ ਆ ਜਾਣ ਦੀ, ਤੇ ਤੁਹਾਨੂੰ 400 ਯੂਰੋ ਦਾ ਜੁਰਮਾਨਾ ਜਿਹੜਾ ਜੀ ਇਹ ਕੀਤਾ ਜਾਂਦਾ ਆ। ਤੇ ਜੇਕਰ ਤੁਸੀਂ 5 ਦਿਨਾਂ ਦੇ ਵਿੱਚ ਇਹ ਭਰਦੇ ਆ ਜੁਰਮਾਨੇ ਨੂੰ ਤੇ ਤੁਹਾਡਾ 260 ਯੂਰੋ ਬਣਦਾ ਜੁਰਮਾਨਾ, ਨਹੀਂ ਤਾਂ ਫਿਰ 5 ਦਿਨਾਂ ਤੋਂ ਬਾਅਦ ਤੁਹਾਨੂੰ ਪੂਰਾ 400 ਯੂਰੋ ਜਿਹੜਾ ਆ ਉਹ ਪੇ ਕਰਨਾ ਪੈਣਾ ਆ। ਤੇ ਬਾਕੀ ਜੁਰਮਾਨੇ ਜਿਹੜੇ ਆ ਸਾਰਿਆਂ ਨੂੰ ਕੀਤੇ ਜਾ ਸਕਦੇ ਜਿਹਨਾਂ ਕੋਈ ਗ੍ਰੀਨ ਪਾਸ ਨਹੀਂ ਹੋਵੇਗਾ। ਤੇ ਜੇ ਤੁਸੀਂ ਕਿਸੇ ਚੀਜ਼ ਦੇ ਵਿੱਚ ਐਂਟਰ ਕਰਦੇ ਜਿਹਦੇ ਵਿੱਚ ਗ੍ਰੀਨ ਪਾਸ ਓਬਲੀਗੇਟਰੀ ਆ, ਜੇ ਤੁਸੀਂ ਬਿਨਾਂ ਤੋਂ ਫੜੇ ਜਾਂਦੇ ਆ ਤੇ ਫਿਰ ਜਿਹੜਾ ਜੁਰਮਾਨਾ ਭਾਰੀ ਆ। ਤੇ ਇਸ ਤੋਂ ਇਲਾਵਾ ਜਿਹੜੀ ਨਵੀਂ ਇਨਫੋਰਮੇਸ਼ਨ ਅੱਜ ਦੀ ਆਈ ਆ ਉਹ ਇਹ ਹੈ ਵੀ ਜਿਹੜੇ ਆਪਣੇ ਮਿਨਿਸਟਰ ਹੈ ਜੀ ਰੋਬਰਟੋ ਸਪੇਰਾਂਸਾ, ਉਹਨਾਂ ਵੱਲੋਂ ਜਿਹੜੀ ਹੈ ਇੱਕ ਉਹਨਾਂ ਨੇ ਜਿਹੜੀ ਨਵੀਂ ਚੀਜ਼ ਕਲੀਅਰ ਕੀਤੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਇਸ ਵਕਤ ਜਿਹੜੇ ਪੇਸ਼ੈਂਟਸ ਆ ਜਿਹੜੇ ਹਸਪੀਟਲ ਵਿੱਚ ਐਡਮਿਟ ਕੀਤੇ ਗਏ ਆ
ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ, ਜਿੰਨੇ ਵੀ ਰਿਸ਼ਤੇਦਾਰਾਂ ਨੂੰ ਆਪਣੇ ਪੇਸ਼ੈਂਟਸ ਨੂੰ ਮਿਲਣਾ ਚਾਹੁੰਦੇ ਆ ਹਸਪੀਟਲ ਦੇ ਵਿੱਚ ਜਾ ਕੇ, ਉਹਨਾਂ ਵਾਸਤੇ ਉਹਨਾਂ ਨੂੰ ਗ੍ਰੀਨ ਪਾਸ ਓਬਲੀਗਾਟੋਰੀਓ ਆ। ਚਾਹੇ ਤੁਹਾਡਾ ਪੇਸ਼ੈਂਟਸ ਜਿਹੜੇ ਆ ਜੀ ਉਹ ਪ੍ਰੋਂਟੋਸ ਕੋਰਸ ਦੇ ਵਿੱਚ ਹੋਣ ਜਾਂ ਫਿਰ ਕਿਸੇ ਹੋਰ ਰਿਪਾਰਟੋ ਦੇ ਵਿੱਚ ਹੋਣ, ਉਹਨਾਂ ਨੂੰ ਮਿਲਣ ਵਾਸਤੇ ਤੁਹਾਨੂੰ ਜਿਹੜਾ ਆ ਗ੍ਰੀਨ ਪਾਸ ਓਬਲੀਗਾਟੋਰੀਓ, ਤੁਹਾਨੂੰ ਗ੍ਰੀਨ ਪਾਸ ਤੋਂ ਬਿਨਾਂ ਹਸਪੀਟਲ ਦੇ ਵਿੱਚ ਮਿਲਣ ਵੀ ਜਿਹੜਾ ਨਹੀਂ ਜਾਣ ਦੇਣਾ ਆਪਣੇ ਘਰਦਿਆਂ ਨੂੰ ਜਾਂ ਕਿਸੇ ਆਪਣੇ ਖਾਸ ਦੋਸਤ ਮਿੱਤਰ ਨੂੰ। ਸੋ ਇਸ ਕਰਕੇ ਵੀਰੋ ਇਹ ਨਵੀਂ ਇਨਫੋਰਮੇਸ਼ਨ ਹਸਪੀਟਲ ਦੇ ਨਾਲ ਰਿਲੇਟਿਵ ਜਿਹੜੀ ਆ ਚੁੱਕੀ ਹੈ, ਅਤੇ ਇਸ ਕਰਕੇ ਇਹਦੇ ਨਾਲ ਜਿਹੜੇ ਗ੍ਰੀਨ ਪਾਸ ਦੀ ਵੈਲਿਊ ਜਿਹੜੀ ਆ ਹੋਰ ਜ਼ਿਆਦਾ ਜਿਹੜੀ ਆ ਵੱਧ ਜਾਂਦੀ ਆ। ਇਸ ਤੋਂ ਬਾਅਦ ਗੱਲ ਕਰੀਏ ਜੇ ਅਗਲੀ ਅਪਡੇਟ ਦੀ ਹੈਗੀ ਆ ਮਾਤੇਓ ਸਲਵੀਨੀ ਜੀ ਨੂੰ ਲੈ ਕੇ, ਜਿਨ੍ਹਾਂ ਬਾਰੇ ਕਾਫੀ ਵਿਵਾਦ ਜਿਹੜਾ ਹੈ ਉੱਠ ਰਿਹਾ ਇਸ ਵਕਤ। ਬੇਸਿਕਲੀ ਇਹ ਉਹ ਹੈ ਵੀ ਜਿਹੜੇ ਕਹਿ ਰਹੇ ਆ ਵੀ ਲੋਕਾਂ ਨੂੰ ਵੈਕਸੀਨ ਨਹੀਂ ਓਬਲੀਗਾਟੋਰੀਓ ਲਗਾਉਣਾ ਚਾਹੀਦਾ, ਲੋਕ ਵੈਕਸੀਨ ਦੇ ਇਹ ਕਾਫੀ ਖਿਲਾਫ ਹੈ ਵੀ ਲੋਕ ਜਿਹੜੇ ਧੱਕੇ ਦੇ ਨਾਲ ਵੈਕਸੀਨ ਲੋਕਾਂ ਨੂੰ ਨਹੀਂ ਲਗਾਉਣਾ ਚਾਹੀਦਾ। ਪਰ ਇਹਨਾਂ ਦੀ ਇੱਕ ਜਿਹੜੀ ਲਾਈਵ ਹੋਈ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਆ ਇਹਨਾਂ ਦਾ QR ਕੋਡ ਜਿਹੜਾ ਹੁੰਦਾ ਹੈ ਜੀ ਉਹ ਫੜਿਆ ਗਿਆ, ਜਿਹਦੇ ਵਿੱਚ ਇਹਨਾਂ ਦਾ ਵੈਕਸੀਨ ਦਾ ਜਿਹੜਾ ਲੱਗਾ ਹੋਇਆ ਸੀਗਾ ਅਤੇ ਗ੍ਰੀਨ ਪਾਸ ਦਾ QR ਕੋਡ ਜਿਹੜਾ ਸੀਗਾ ਉਹ ਸਾਹਮਣੇ ਆ ਗਿਆ ਲੋਕਾਂ ਦੇ, ਅਤੇ ਲੋਕਾਂ ਨੇ ਕਾਫੀ ਉਹ ਗੱਲ ਚੱਕ ਲਈ ਵੀ ਜਿਹੜੇ ਮਾਤੇਓ ਸਲਵੀਨੀ ਜਿਹੜੇ ਆ ਜੀ ਆਪ ਨੇ ਇਹਨਾਂ ਨੇ ਵੈਕਸੀਨ ਲਵਾ ਲਈ ਹੈ, ਅਤੇ ਲੋਕਾਂ ਨੂੰ ਇਹ ਜਿਹੜੇ ਆ ਕਹਿ ਰਿਹਾ ਵੀ ਵੈਕਸੀਨ ਤੁਸੀਂ ਨਾ ਲਵਾਓ। ਅਤੇ ਇਹਦੇ ਉੱਤੇ ਸਲਵੀਨੀ ਜੀ ਨੇ ਆਪਣੀ ਸਫਾਈ ਦਿੱਤੀ। ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਵੈਕਸੀਨ ਲਵਾਇਆ ਆਪਣੀ ਮਰਜ਼ੀ ਦੇ ਨਾਲ ਲਵਾਇਆ, ਆਪਣੀ ਸ਼ੈਲਤਾ ਸੀਗੀ ਮੇਰੀ, ਇਸ ਕਰਕੇ ਮੈਂ ਵੈਕਸੀਨ ਲਵਾਇਆ ਆ। ਮੈਂ ਕਿਸੇ ਨੂੰ ਵੀ ਇਹ ਨਹੀਂ ਕਹਿੰਦਾ ਵੀ ਵੈਕਸੀਨ ਨਾ ਲਗਾਓ, ਮੈਂ ਸਿਰਫ ਇਹ ਕਹਿ ਰਿਹਾ ਵੀ ਵੈਕਸੀਨ ਜਿਹੜਾ ਜੀ ਓਬਲੀਗਾਟੋਰੀਓ ਨਹੀਂ ਹੋਣਾ ਚਾਹੀਦਾ ਕਿਸੇ ਵਾਸਤੇ ਵੀ। ਇਹ ਸਰਕਾਰ ਨੂੰ ਓਬਲੀਗਾਟੋਰੀਓ ਕੰਮ ਜਿਹੜਾ ਇਹ ਨਹੀਂ ਕਰਨਾ ਚਾਹੀਦਾ ਵੀ ਇਹ ਨਹੀਂ ਹੈਗਾ ਵੀ ਵੈਕਸੀਨ ਸਾਰੇ ਜਾਣੇ ਲਵਾਉਣ। ਕਈ ਲਵਾਉਣਾ, ਜਿਹੜੇ ਲਵਾਉਣਾ ਚਾਹੁੰਦੇ ਉਹ ਆਪਣੇ ਵੈਕਸੀਨ ਲਵਾ ਸਕਦੇ ਆ, ਜਿਹੜੇ ਲਵਾਉਣਾ ਨਹੀਂ ਚਾਹੁੰਦੇ ਉਹ ਆਪਣੇ ਵੈਕਸੀਨ ਨਾ ਲਵਾਉਣ। ਮੈਂ ਲਵਾਉਣਾ ਚਾਹੁੰਦਾ ਇਸ ਕਰਕੇ ਮੈਂ ਆਪਣੇ ਵੈਕਸੀਨ ਲਵਾ ਲਿਆ। ਸੋ ਜਿਹੜੀ ਉਹਨਾਂ ਵੱਲੋਂ ਜਿਹੜੀ ਦਿੱਤਾ ਗਿਆ ਬਿਆਨ ਸਲਵੀਨੀ ਜੀ ਦੇ ਵੱਲੋਂ। ਇਸ ਤੋਂ ਬਾਅਦ ਗੱਲ ਕਰੀਏ ਵੀਰੋ ਅਗਲੀ ਅਪਡੇਟ ਦੀ, ਜਿਹੜੀ ਕਿ ਹੈਗੀ ਹੈ ਲੂਕਾ ਬੈਰਨਾਰਡੋ, ਜਿਹੜੇ ਬੇਸਿਕਲੀ ਤੇ ਜਿਹੜੇ ਆ ਜੀ ਆਪਣੇ ਕਹਿ ਸਕਦੇ ਹਾਂ ਆਪਾਂ ਵੀ ਇੱਕ ਡਾਕਟਰ ਕਹਿ ਸਕਦੇ ਹਾਂ, ਅਤੇ ਜਿਹੜੀ ਚੈਂਤਰੋ ਦੈਸਤਰਾ ਪਾਰਟੀ ਜਿਹੜੀ ਆ ਉਹਨਾਂ ਦੇ ਜਿਹੜੇ ਇਹ ਕੈਂਡੀਡੇਟ ਵੀ ਆ, ਅਤੇ ਇਹਨਾਂ ਦਾ ਵੀ ਕਾਫੀ ਜਿਹੜਾ ਵਿਵਾਦ ਉੱਠ ਰਿਹਾ ਇਸ ਵਕਤ। ਅਤੇ ਇਹਨਾਂ ਕੋਲ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਵੀ ਤੁਸੀਂ ਜਿਹੜੇ ਆ ਜੀ ਸੁਣਨ ਦੇ ਵਿੱਚ ਆਇਆ ਵੀ ਤੁਸੀਂ ਆਪਣੇ ਕੋਲ ਜਿਹੜੀ ਆ ਪਿਸਤੌਲ ਲੈ ਕੇ ਘੁੰਮਦੇ ਆ ਹਰ ਵਕਤ, ਅਤੇ ਇਹਨਾਂ ਦਾ ਜਿਹੜਾ ਬਿਆਨ ਦਿੱਤਾ ਗਿਆ, ਇਹਨਾਂ ਨੇ ਕਿਹਾ ਵੀ ਇਹ ਗੱਲ ਬਿਲਕੁਲ ਗਲਤ ਹੈ ਵੀ ਮੈਂ ਆਪਣੇ ਕੋਲ ਜਿਹੜੀ ਕੋਈ ਵੀ ਪਿਸਤੌਲ ਵਗੈਰਾ ਲੈ ਕੇ ਘੁੰਮਦਾ ਆ। ਪਿਸਤੌਲ ਮੇਰੇ ਕੋਲ ਜ਼ਰੂਰ ਆ, ਪਰ ਮੇਰੇ ਘਰ ਦੇ ਵਿੱਚ ਮੈਂ ਸੇਫ ਜਗ੍ਹਾ 'ਤੇ ਹੋ ਰੱਖੀ ਹੋਈ ਹੈ ਪਿਸਤੌਲ, ਉਹ ਮੇਰੇ ਹੱਥ ਦੇ ਵਿੱਚ ਜਿਹੜੀ ਹੈ ਹਰ ਵੇਲੇ ਨਹੀਂ ਹੁੰਦੀ। ਸੋ ਮੈਂ ਲੌਕ ਕਰਕੇ ਜਿਹੜੀ ਆਪਣੇ ਅੰਦਰ ਜਿਹੜੀ ਰੱਖੀ ਹੋਈ ਹੈ ਆਪਣੀ ਸੇਫਟੀ ਦੇ ਵਾਸਤੇ। ਇਹਦਾ ਮਤਲਬ ਵੀ ਇਹ ਹੈ ਵੀ ਮੈਂ ਆਪਣੇ ਇਹਦਾ ਮਤਲਬ ਇਹ ਨਹੀਂ ਹੈਗਾ ਮੈਂ ਆਪਣੇ ਕੋਲ ਜਿਹੜੀ ਹਰ ਵੇਲੇ ਰੱਖਦਾ ਹਾਂ। ਇਸ ਤੋਂ ਇਲਾਵਾ ਗੱਲ ਕਰੀਏ ਵੀਰ ਅਗਲੀ ਅਪਡੇਟ ਜਿਹੜੀ ਕਿ ਓਲੰਪਿਕਸ ਤੋਂ ਆ ਰਹੀ ਹੈ। ਓਲੰਪਿਕਸ ਜਿਹੜੇ ਹੈ ਜੋ ਸਟਾਰਟ ਹੋ ਚੁੱਕੇ ਹੈ, ਅਤੇ ਪੂਰੀ ਦੁਨੀਆ ਦੇ ਜਿਹੜੇ ਪਲੇਅਰ ਹੈ ਇਸ ਵਕਤ ਹਰ ਕੰਟਰੀ ਦੇ ਜਿਹੜੇ ਪਲੇਅਰ ਹੈ ਜਿਹੜੇ ਉੱਥੇ ਗਏ ਆ, ਆਪਣੇ ਇੰਡੀਆ 'ਚ ਵੀ ਗਏ ਆ। ਮੈਰੀ ਕੌਮ ਵੀ ਆਪਣੇ ਇੰਡੀਆ ਜਿਹੜੀ ਉੱਥੇ ਜਾ ਕੇ ਜਿਹੜੀ ਗਏ ਆ, ਅਤੇ ਉੱਥੇ ਜਾ ਕੇ ਸੰਬੋਧਿਤ ਕਰ ਰਹੇ ਆ ਆਪਣੇ ਹੋਰ ਪਲੇਅਰਸ ਨੂੰ, ਅਤੇ ਆਪਣੇ ਇਟਲੀ ਵਿੱਚ ਵੀ ਜਿਹੜੇ ਕਾਫੀ ਜਿਹੜੇ ਪਲੇਅਰ ਆ ਉਹ ਜਿਹੜੇ ਆ ਉੱਥੇ ਜਾ ਕੇ ਇਸ ਵਕਤ ਜਿਹੜੇ ਆਪਣੀ ਜਿਹੜੀ ਆ ਵਧੀਆ ਪਰਫੋਰਮੈਂਸ ਜਿਹੜੀ ਕਰ ਰਹੇ ਆ। ਇਸ ਤੋਂ ਇਲਾਵਾ ਗੱਲ ਕਰੀਏ ਵੀਰ ਅਗਲੀ ਅਪਡੇਟ ਦੀ, ਇਟਲੀ ਵਿੱਚ ਜਿਹੜੇ ਇਸ ਵਕਤ ਜਿਹੜੇ ਆ ਜੀ ਸਾਈਕਲ ਜਿਹੜੇ ਚੋਰੀ ਹੋ ਰਹੇ ਆ, ਅਤੇ ਅੱਗੇ ਵੀ ਹੁੰਦੇ ਰਹੇ ਆ, ਅਤੇ ਅੱਗੇ ਵੀ ਜਿਹੜੀ ਲਗਾਤਾਰ ਜਿਹੜੀ ਘਟਨਾਵਾਂ ਜਿਹੜੀਆਂ ਹਰ ਪਾਸੇ ਜਿਹੜੀਆਂ ਹੁੰਦੀਆਂ। ਸਾਈਕਲ ਜਿਹੜੇ ਇਟਲੀ ਵਿੱਚ ਚੋਰੀ ਹੁੰਦੇ ਆ ਜੀ, ਮੁੜ ਕੇ ਸਾਈਕਲ ਜਿਹੜੇ ਮਿਲਦੇ ਨਹੀਂ ਹੈਗੇ। ਉਹ ਸਾਈਕਲ ਜਾਂਦੇ ਕਿੱਥੇ ਆ? ਉਹ ਜਿਹੜੇ ਸਾਈਕਲ ਜਿਹੜੇ ਜਿੰਨੇ ਵੀ ਇਟਲੀ ਵਿੱਚ ਇਸ ਵਕਤ ਜਿਹੜੇ ਚੋਰੀ ਹੋ ਰਹੇ ਆ ਉਹ ਜਿਹੜੇ ਆ ਜੀ ਨਾਰਥ ਅਫਰੀਕਾ ਵਿੱਚ ਜਿਹੜੇ ਆ ਉਹਨਾਂ ਕੰਟਰੀਆਂ ਵਿੱਚ ਜਿਹੜੀਆਂ ਟਰਾਂਸਫਰ ਕਰ ਦਿੱਤੇ ਜਾਂਦੇ ਆ। ਜੇਕਰ ਕੋਈ ਕਾਰ ਚੇਂਜ ਹੁੰਦੀ ਹੈ, ਕਾਰ ਚੋਰੀ ਹੁੰਦੀ ਹੈ ਜਾਂ ਕੋਈ ਹੋਰ ਚੀਜ਼ ਚੋਰੀ ਹੁੰਦੀ ਹੈ, ਜਿਹੜੇ ਹੁਣ ਆਪਣੇ ਇਟਲੀ ਵਿੱਚ ਜਿਹੜੇ ਪੁਰਾਣੇ ਟਰੱਕ ਚੱਲਦੇ ਆ ਜੀ, ਜਿਹੜੇ ਇਸ ਵਕਤ ਜੋ ਵੀ ਵੋਲਵੋ ਮਰਸੀਡੀਜ਼ ਟਰੱਕ ਚੱਲਦੇ ਆ, ਇਹ ਟਰੱਕ ਜਦੋਂ ਥੋੜ੍ਹੇ ਜਿਹੇ ਪੁਰਾਣੇ ਹੋ ਜਾਂਦੇ ਮਾਡਲ, ਅਤੇ ਇਹਨਾਂ ਨੂੰ ਫਿਰ ਜਿਹੜੇ ਸ਼ਿਫਟ ਕਰ ਦਿੱਤਾ ਜਾਂਦਾ ਆ ਦੂਜੇ ਸਾਈਡ 'ਤੇ, ਉੱਧਰ ਇਜਿਪਟ ਵੱਲ ਜਾਂ ਹੋਰ ਜਿਹੜੀਆਂ ਕੰਟਰੀਜ਼ ਆ ਉਹਨਾਂ ਇਲਾਕਿਆਂ ਦੇ ਵਿੱਚ। ਅਤੇ ਜਿਹੜਾ ਜਿੰਨਾ ਵੀ ਇਹ ਮਾਲ ਹੈਗਾ ਜਿਹੜਾ ਸੈਕਿੰਡ ਹੈਂਡ ਮਾਲ ਹੈ ਸਾਰਾ ਉਹਨਾਂ ਕੰਟਰੀਆਂ ਦੇ ਵਿੱਚ ਜਿਹੜਾ ਮੁੜ ਕੇ ਜਾਂਦਾ ਆ। ਸੋ ਇਸ ਕਰਕੇ ਜੇ ਕਿਸੇ ਦਾ ਸਾਈਕਲ ਚੋਰੀ ਹੁੰਦਾ ਤਾਂ ਕਾਫੀ ਹੱਦ ਤੱਕ ਸੰਭਾਵਨਾ ਇਹ ਹੈ ਵੀ ਉਹਦਾ ਸਾਈਕਲ ਜਿਹੜਾ ਇਸ ਵਕਤ ਅਫਰੀਕਾ ਦੇ ਵਿੱਚ ਹੋਣਾ ਆ। ਜੇ ਆਪਣਾ ਕੋਈ ਬਹੁਤ ਜ਼ਿਆਦਾ ਪਿਆਰਾ ਕਰਦਾ ਸਾਈਕਲ ਨੂੰ, ਤੁਸੀਂ ਅਫਰੀਕਾ ਵਿੱਚ ਜਾ ਕੇ ਆਪਣਾ ਸਾਈਕਲ ਜਿਹੜਾ ਜ਼ਰੂਰ ਲੱਭ ਸਕਦੇ ਆ। ਇਸ ਤੋਂ ਬਾਅਦ ਗੱਲ ਕਰੀਏ ਵੀਰ ਅਗਲੀ ਅਪਡੇਟ ਦੀ, ਇੱਕ ਟੂਰਿਸਟ ਸੀਗੀ ਜੀ, 19 ਸਾਲ ਦੀ ਉਮਰ ਸੀਗੀ, ਅਤੇ ਅਲਬਾ ਦੀ ਰਹਿਣ ਵਾਲੀ ਸੀਗੀ ਇਹ ਕੁੜੀ, ਅਤੇ ਜਿਹਦੀ ਕਿ ਅੱਜ ਮੌਤ ਹੋ ਗਈ ਹੈ। ਇੱਕ ਐਕਸੀਡੈਂਟ ਹੋਇਆ, ਕਾਰ ਦਾ ਵਿੱਚ ਟੱਕਰ ਵੱਜੀ ਆਪਸ ਦੇ ਵਿੱਚ, ਅਤੇ ਇਹਨਾਂ ਦੀ ਜਿਹੜੀ ਮੌਤ ਹੋ ਗਈ ਹੈ। ਕੁੜੀ ਦਾ ਨਾਮ ਜਿਹੜਾ ਸੀਗਾ ਜੀ ਆਪਣੀ ਮਾਰੀਨਾ ਨਾਮ ਸੀਗਾ, ਦਿਆਨੋ ਮਾਰੀਨਾ ਨਾਮ ਸੀ ਕੁੜੀ ਦਾ। ਅਤੇ ਜਿਸ ਕਾਰ ਦੇ ਵਿੱਚ ਜਾ ਰਹੇ ਸੀਗੇ, ਪੁੰਤੋ ਕਾਰ ਸੀਗੀ, ਅਤੇ ਉਹਦੇ ਵਿੱਚ ਜਿਹੜੇ ਹੋਰ ਨਾਲ ਜਿਹੜੇ ਆ 4 ਜਣੇ ਮੁੰਡੇ ਹੋਰ ਸੀਗੇ ਜਿਨ੍ਹਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ, ਅਤੇ ਉਹਨਾਂ ਦਾ ਤਾਂ ਬਚਾਅ ਹੋ ਗਿਆ, ਪਰ ਜਿਹੜੀ ਕੁੜੀ ਸੀਗੀ ਇਹਦਾ ਜਿਹੜਾ ਬਚਾਅ ਨਹੀਂ ਹੋ ਸਕਿਆ, ਅਤੇ ਕਾਫੀ ਜ਼ਬਰਦਸਤ ਟੱਕਰਨ ਤੋਂ ਬਾਅਦ ਜਿਹੜੀ ਹੈ ਇਹਨਾਂ ਦੀ ਜਿਹੜੀ ਮੌਤ ਹੋ ਗਈ ਆ। ਇਸ ਤੋਂ ਬਾਅਦ ਗੱਲ ਕਰੀਏ ਵੀਰੋ ਵੈਕਸੀਨੇਸ਼ਨ ਦੀ। ਇਟਲੀ ਵਿੱਚ ਜਿਹੜੀ ਵੈਕਸੀਨੇਸ਼ਨ ਦੀ ਸਪੀਡ ਹੈ ਜੀ ਕਾਫੀ ਤੇਜ਼ ਹੈ। ਹੁਣ ਇਸ ਵਕਤ ਪਿਛਲੇ 7 ਦਿਨਾਂ ਦੇ ਵਿੱਚ 3,50,000 ਬੰਦਾ ਐਸਾ ਆ ਜਿਨ੍ਹਾਂ ਦੀ ਉਮਰ ਜਿਹੜੀ ਹੈ ਜੀ 30 ਸਾਲ ਤੋਂ ਘੱਟ ਹੈ, ਜਿਨ੍ਹਾਂ ਨੇ ਆਪਣਾ ਜਿਹੜਾ ਵੈਕਸੀਨ ਲਗਵਾਇਆ ਆ। ਅਤੇ ਸਭ ਤੋਂ ਵੱਧ ਜਿਹੜੇ ਬਹੁਤ ਜਵਾਨ ਜਿਹੜੇ ਮੁੰਡੇ ਕੁੜੀਆਂ ਆ 12 ਸਾਲ ਤੋਂ ਲੈ ਕੇ 20-22 ਸਾਲ ਵਾਲੇ ਜਿਹੜੀਆਂ ਆ ਉਹ ਜਿਹਨਾਂ ਨੇ ਆਪਣਾ ਜਿਹੜਾ ਵੈਕਸੀਨ ਜਿਹੜਾ ਕਾਫੀ ਜ਼ਿਆਦਾ ਲਵਾਇਆ ਇਹਨਾਂ ਨੇ ਇੱਕ ਹਫ਼ਤੇ ਦੇ ਵਿੱਚ। ਇਸ ਤੋਂ ਬਾਅਦ ਗੱਲ ਕਰੀਏ ਜੇ ਅਗਲੀ ਅਪਡੇਟ ਦੀ, ਅਗਲੀ ਅਪਡੇਟ ਆਪਣੀ ਆ ਰਹੀ ਹੈਗੀ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਦੇ ਵਿੱਚ ਲਗਾਤਾਰ 5 ਵੀਕ ਜਿਹੜੇ ਹੋ ਚੁੱਕੇ ਆ ਜੀ, ਉੱਥੇ ਜਿਹੜਾ ਲਾਕਡਾਊਨ ਲੱਗਾ ਹੋਇਆ ਆ, ਅਤੇ 50 ਤੋਂ ਵੱਧ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਆ।
ਟੋਟਲ ਇਹ 57 ਬੰਦੇ ਅਰੈਸਟ ਕੀਤੇ ਗਏ ਜਿਹੜੇ ਕਿ ਮੈਨੀਫੈਸਟ ਕਰ ਰਹੇ ਆ, ਮੈਨੀਫੈਸਟੇਸ਼ਨ ਜਿਹੜੀ ਕਰ ਰਹੇ ਆ ਸੜਕਾਂ ਦੇ ਉੱਤੇ ਆ ਕੇ ਤੇ ਖਪਖਾਨਾ ਕਰਨ ਦੀ ਜਿਹੜੀ ਉੱਥੇ ਕੋਸ਼ਿਸ਼ ਕਰ ਰਹੀ ਆ। ਇਸ ਤੋਂ ਇਲਾਵਾ ਗੱਲ ਕਰੀਏ ਅਗਲੀ ਅਪਡੇਟ ਦੀ, ਜਰਮਨ ਦੇ ਜਿਹੜੇ ਹਾਲਾਤ ਉਹ ਵੀ ਕੋਈ ਬਹੁਤੇ ਠੀਕ ਨਹੀਂ ਹੈਗੇ, ਇਟਲੀ ਨਾਲੋਂ ਫਿਰ ਵੀ ਠੀਕ ਹੈ। 28 ਲੋਕਾਂ ਦੀ ਮੌਤ ਹੋਈ ਆ ਤੇ 1919 ਜਿਹੜਾ ਕੇਸ ਆ ਪਿਛਲੇ 24 ਘੰਟੇ ਦੇ ਵਿੱਚ ਨਵਾਂ ਜਿਹੜਾ ਆਇਆ ਆ। ਇਸ ਤੋਂ ਬਾਅਦ ਵੀਰੋ ਗੱਲ ਕਰੀਏ ਅਗਲੀ ਅਪਡੇਟ ਦੀ ਜਿਹੜੀ ਕਿ ਆਪਣੀ ਆ ਰਹੀ ਹੈਗੀ ਹੈ ਯੂਕੇ ਤੋਂ। ਯੂਕੇ ਦੇ ਜਿਹੜੇ ਸਾਇੰਟਿਸਟ ਹੈ ਜਿਹੜੇ ਇਸ ਵਕਤ ਸਰਕਾਰ ਦੇ ਜਿਹੜੇ ਆ ਕਾਫੀ ਜ਼ਿਆਦਾ ਜਿਹੜੇ ਖਿਲਾਫ ਹੋ ਚੁੱਕੇ ਆ। ਤੇ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਵੀ 19 ਜੁਲਾਈ ਤੋਂ ਜਿਹੜੇ ਸਾਰੇ ਰੈਸਟ੍ਰਿਕਸ਼ਨ ਜਿਹੜੇ ਸੀਗੇ ਖਤਮ ਕਰ ਦਿੱਤੇ ਗਏ ਆ ਯੂਕੇ ਦੇ ਵਿੱਚ, ਤੇ ਜਿਹੜੇ ਹਾਲਾਤ ਹੈ ਉੱਥੇ ਦੇ ਜਿਹੜੇ ਉਹ ਵੀ ਜਿਹੜੇ ਆ ਲਗਾਤਾਰ ਜਿਹੜੇ ਆ ਖਰਾਬ ਹੁੰਦੇ ਨਜ਼ਰ ਆ ਰਹੇ ਆ। ਇਕੱਲੇ ਕੋਵਿਡ ਕਰਕੇ ਨਹੀਂ, ਵੈਸੇ ਵੀ ਜਿਹੜੀ ਕ੍ਰੀਜ਼ੀ ਉੱਥੇ ਆ ਰਹੀ ਹੈ ਵੀ ਬੰਦਾ ਘਰੇ ਬਹੁਤ ਬੈਠਾ ਤੇ ਮਾਰਕੀਟਸ ਜਿਹੜੀਆਂ ਉੱਥੇ ਦੀ ਖਾਲੀ ਹੋ ਰਹੀਆਂ ਆ ਲਗਾਤਾਰ, ਤੇ ਇਹ ਜਿਹੜੇ ਆ ਜਿਹੜੇ ਹਸਪੀਟਲ ਉਹਨਾਂ ਵਿੱਚ ਜਿਹੜੇ ਬੰਦੇ ਜ਼ਿਆਦਾ ਜਿਹੜੇ ਐਡਮਿਟ ਹੋ ਰਹੇ ਆ। ਇਸ ਤੋਂ ਇਲਾਵਾ ਜਿਹੜੇ ਸਾਇੰਟਿਸਟ ਜਿਹੜੇ ਆ ਜੀ ਉੱਥੇ ਦੇ ਉਹ ਹੁਣ ਕਹਿ ਰਹੇ ਆ ਵੀ ਜਿਹੜੇ ਬੋਰਿਸ ਜੌਨਸਨ ਆ ਜੀ ਇਹ ਜਿਹੜੇ ਇਹਨਾਂ ਨੇ ਜਿਹੜਾ ਇਹ ਕੰਮ ਜਾਣ ਬੁੱਝ ਕੇ ਕੀਤਾ ਆ। ਇਹ ਚਾਹੁੰਦੇ ਆ ਵੀ ਵੱਧ ਤੋਂ ਵੱਧ ਜਿਹੜੇ ਬੰਦੇ ਆ ਜੀ ਉਹ ਪੋਜ਼ੀਟਿਵ ਹੋਣ, ਇਨਫੈਕਟ ਹੋਣ ਇਸ ਵਾਇਰਸ ਦੇ ਨਾਲ, ਤਾਂ ਕਿ ਉਹ ਜਿਹੜੇ ਆ ਸਾਡਾ ਜਿਹੜਾ ਆ ਆਪਣੇ ਸਰਕਾਰ ਜਿਹੜਾ ਕੋਈ ਫਾਇਦਾ ਵੀ ਜਿਹੜਾ ਉਠਾਉਣਾ ਚਾਹੁੰਦੇ ਇਹਦੇ ਵਿੱਚ। ਤੇ ਉਹਨਾਂ ਦੱਸਿਆ ਗਿਆ ਵੀ ਬੋਰਿਸ ਚਾਹੁੰਦੇ ਆ ਵੀ ਇਹਨਾਂ ਵਿੱਚ ਜਿਹੜੀ ਇਮਿਊਨਿਟੀ ਜਿਹੜੀ ਆ ਕਮਿਊਨਿਟੀ ਦੇ ਵਿੱਚ ਸਾਡੇ ਜਿਹੜੀ ਇਮਿਊਨਿਟੀ ਉਹ ਬਣ ਜਾਵੇ, ਪਰ ਇਮਿਊਨਿਟੀ ਜਿਹੜੀ ਆ ਉਹਨਾਂ ਨੇ ਕਿਹਾ ਵੀ ਇੱਦਾਂ ਨਹੀਂ ਬਣ ਸਕਦੀ। ਜਿਸ ਹਿਸਾਬ ਦੇ ਨਾਲ ਇਹਨਾਂ ਨੇ ਜਿਹੜੇ ਸਾਰੇ ਰੂਲ ਜਿਹੜੇ ਖਤਮ ਕਰ ਦਿੱਤੇ, ਉਸ ਹਿਸਾਬ ਦੇ ਨਾਲ ਜਿਹੜੇ ਆਪਣੇ ਹੁਣ ਕੇਸ ਆ ਰਹੇ ਆ ਉਹ ਜਿਹੜੇ ਕੇਸ ਜਿਹੜੇ ਬੰਦੇ ਪੋਜ਼ੀਟਿਵ ਹੋ ਰਹੇ ਆ 40-50 ਬੰਦਾ ਹਰ ਰੋਜ਼ ਦਾ, ਉਹ ਜਿਹੜੇ ਬੰਦੇ ਲਗਾਤਾਰ ਜਿਹੜੇ ਕੁਆਰੰਟਾਈਨ ਹੋ ਰਹੇ ਆ। ਜੇਕਰ ਇਸ ਹਿਸਾਬ ਦੇ ਨਾਲ ਸਾਡੀ ਗਿਣਤੀ ਲਗਾਤਾਰ ਵੱਧਦੀ ਰਹੀ ਤੇ ਇੱਕ ਦਿਨ ਐਸਾ ਆ ਜਾਣਾ ਵੀ ਪੂਰਾ ਯੂਕੇ ਜਿਹੜਾ ਸਾਰੇ ਕੁਆਰੰਟਾਈਨ ਹੋਣਾ ਪੈਣਾ ਸਭ ਨੂੰ, ਤੇ ਯੂਕੇ ਜਿਹੜਾ ਸਾਡਾ ਇੱਕਦਮ ਜਿਹੜਾ ਆ ਰੁਕ ਸਕਦਾ ਆ। ਇਹਦੇ ਵਿੱਚ ਜਿਹੜੇ ਸਾਇੰਟਿਸਟ ਹੈ ਉਹ ਕਾਫੀ ਖਿਲਾਫ ਚਲੇ ਗਏ ਆ ਗੌਰਮੈਂਟ ਦੇ। ਉਹਨੇ ਕਿਹਾ ਵੀ ਇਹ ਜਿਹੜੇ ਇੱਕ ਫੈਸਲਾ ਜਿਹੜਾ ਲਿਆ ਸਰਕਾਰ ਨੇ ਇਹ ਫੈਸਲਾ ਸਹੀ ਨਹੀਂ ਹੈਗਾ। ਤੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਵੀ ਇਸ ਵਕਤ ਕਾਫੀ ਮਿਲੀਅਨ ਜਿਹੜਾ ਬੰਦਾ ਆ ਜੀ 17-18 ਲੱਖ ਬੰਦਾ ਜਿਹੜਾ ਯੂਕੇ ਵਿੱਚ ਇਸ ਵਕਤ ਘਰਾਂ ਦੇ ਵਿੱਚ ਆਪਣੇ ਜਿਹੜਾ ਕੁਆਰੰਟਾਈਨ ਹੋ ਕੇ ਬੈਠਾ ਆ। ਤੇ ਇਸ ਤੋਂ ਬਾਅਦ ਗੱਲ ਕਰੀਏ ਅਗਲੀ ਅਪਡੇਟ ਦੀ, ਜਿਹੜੇ ਓਲੰਪਿਕਸ ਜਿਹੜੀਆਂ ਗੇਮਸ ਹੋ ਰਹੀਆਂ ਆ ਉਹਦੇ ਵਿੱਚ ਇਟਲੀ ਦੇ ਮੁੰਡੇ ਨੇ ਜਿਹੜੀ ਆ ਜੀ ਗੋਲਡ ਮੈਡਲ ਜਿਹੜਾ ਹਾਸਿਲ ਕਰ ਲਿਆ ਆ ਪਹਿਲਾ। ਤੇ ਜਿਹੜੇ ਓਲੰਪਿਕਸ ਹੁੰਦੇ ਵਿੱਚ ਕਈ ਮੈਡਲ ਹੁੰਦੇ ਆ, ਗੋਲਡ, ਬ੍ਰੌਂਜ਼, ਸਿਲਵਰ ਮੈਡਲ ਜਿਹੜੇ ਦਿੱਤੇ ਜਾਂਦੇ ਇਹਦੇ ਵਿੱਚ। ਤੇ ਫਿਲਹਾਲ ਇਸ ਸਭ ਤੋਂ ਜਿਹੜਾ ਅੱਗੇ ਚੱਲ ਰਿਹਾ ਉਹ ਜਿਹੜੇ ਆ ਚਾਈਨਾ ਚੱਲ ਰਿਹਾ ਆ। ਚਾਈਨਾ ਦੇ 3 ਪਲੇਅਰਸ ਨੇ ਜਿਹੜੇ ਆ ਜੀ ਉਹ ਗੋਲਡ ਮੈਡਲ ਜਿੱਤ ਲਿਆ, ਤੇ ਇਟਲੀ ਦਾ ਜਿਹੜਾ ਇੱਕ ਪਲੇਅਰ ਆ ਵੀ ਜਿਹਨੇ ਗੋਲਡ ਮੈਡਲ ਜਿੱਤਿਆ ਤੇ ਇੱਕ ਜਿਹੜਾ ਸਿਲਵਰ ਮੈਡਲ ਜਿੱਤ ਲਿਆ ਆ। ਤੇ ਇਸ ਤੋਂ ਬਾਅਦ ਗੱਲ ਕਰੀਏ ਅਗਲੀ ਅਪਡੇਟ ਦੀ, ਆਪਣੇ ਕਿਸੇ ਵੀਰ ਨੇ ਪੁੱਛਿਆ ਸੀਗਾ ਭਾਜੀ ਕਿਹੜੇ ਕੱਚੇ ਬੰਦੇ ਇਟਲੀ ਵਿੱਚ ਉਹਨਾਂ ਦੇ ਵੈਕਸੀਨ ਲੱਗੂਗੀ ਜਾਂ ਨਹੀਂ ਲੱਗੂ, ਉਹ ਪਾਸ ਕਿੱਦਾਂ ਲੈ ਸਕਦੇ ਆ। ਸੋ ਵੀਰੋ ਜਿਹੜੀ ਵੈਕਸੀਨ ਆ ਜੀ ਉਹ ਸਰਕਾਰ ਨੇ ਕਿਹਾ ਵੀ ਵੈਕਸੀਨ ਜਿੰਨੇ ਵੀ ਬੰਦੇ ਹੈਗੇ ਇਟਲੀ ਦੇ ਵਿੱਚ ਸਭ ਦੇ ਵੈਕਸੀਨ ਜਿਹੜੀ ਆ ਲਗਾਈ ਜਾਣੀ ਆ। ਪਰ ਸਰਕਾਰ ਨੇ ਹਲੇ ਇਹ ਨਹੀਂ ਦੱਸਿਆ ਹੈਗਾ ਵੀ ਕੱਚੇ ਬੰਦੇ ਦੇ ਵੈਕਸੀਨ ਜਿਹੜੀ ਹੈ ਕਦੋਂ ਤੇ ਕਿੱਥੇ ਲੱਗਣੀ ਆ। ਜੇਕਰ ਤੁਹਾਡੇ ਵਿੱਚ ਕੋਈ ਕੱਚਾ ਬੰਦਾ ਹੈਗਾ ਜਿਹਦੇ ਵੈਕਸੀਨ ਲੱਗ ਚੁੱਕੀ ਹੈ ਤੇ ਸਾਨੂੰ ਨੀਚੇ ਕਮੈਂਟ ਜ਼ਰੂਰ ਕਰ ਦਿਓ ਥੱਲੇ, ਤਾਂ ਕਿ ਅਸੀਂ ਆਪਣੇ ਬਾਕੀ ਨੂੰ ਜਿਹੜੀ ਹੈ ਦੱਸ ਸਕੀਏ। ਤੋ ਆਪਣੀ ਪਰਸਨਲ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਕੋਈ ਲੋੜ ਨਹੀਂ ਹੈਗੀ। ਜੇਕਰ ਤੁਸੀਂ ਕੱਚੇ ਆ ਤੁਸੀਂ ਸਿਰਫ ਆਪਣੀ ਜਿਹੜੀ ਹੈ ਛੋਟੀ ਜਿਹੀ ਆਪਣੀ ਦੱਸ ਸਕਦੇ ਆ। ਤੇ ਇਸ ਤੋਂ ਇਲਾਵਾ ਬਾਕੀ ਇੱਕ ਹੋਰ ਸੀਗਾ ਸਵਾਲ ਜਿਹੜੇ ਪੁੱਛ ਰਹੇ ਸੀ ਭਾਈ ਸਾਡੀ ਪਰਮੈਸੋ ਦੀ ਸੀਜ਼ਨ ਜਿਹੜੀ ਹੈ ਜੀ ਖਤਮ ਹੋ ਗਈ ਹੈ ਤੇ ਇਹਦਾ ਹੁਣ ਕੀ ਬਣੂਗਾ। ਪਰਮੈਸੋ ਦੀ ਸੀਜ਼ਨ ਵੀ ਜਿੱਦਾਂ ਕਿ ਤੁਹਾਨੂੰ ਪਤਾ ਵੀ ਸਤਾਦੋ ਦੀ ਐਮਰਜੈਂਸੀ ਜਿਹੜੀ ਹੈ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਸੋ ਜਿੱਦ ਤੱਕ ਡਾਕੂਮੈਂਟ ਜਿਹੜੇ ਤੱਕ ਐਕਸਪਾਇਰ ਹੋਣ ਜਾ ਰਹੇ ਹੈ ਤੇ ਘਬਰਾਉਣ ਦੀ ਲੋੜ ਹੈ ਨਹੀਂ ਗੀ, ਉਹ ਜਿਹੜੀ ਐਕਸਪਾਇਰੀ ਉਹਨਾਂ ਦੀ ਜਿਹੜੀ ਆ ਅੱਗੇ ਵਧਾ ਦਿੱਤੀ ਜਾਣੀ ਆ। ਤੇ ਫਲੂਸੀ ਬਾਰੇ ਆਪਾਂ ਨੂੰ ਬਹੁਤ ਪੁੱਛਦੇ ਹੁੰਦੇ 2021 ਬਾਰੇ ਫਲੂਸੀ ਜਿਹੜੀ ਖੁੱਲ੍ਹਣੀ ਆ ਉਹਦੇ ਬਾਰੇ ਫਿਲਹਾਲ ਵੀ ਹਲੇ ਸਰਕਾਰ ਨੇ ਕੋਈ ਵੀ ਇਨਫੋਰਮੇਸ਼ਨ ਜਿਹੜੀ ਨਹੀਂ ਦਿੱਤੀ ਹੈਗੀ। ਸੋ ਜਿੱਦਾਂ ਸਾਨੂੰ ਇਨਫੋਰਮੇਸ਼ਨ ਉਹਦੇ ਬਾਰੇ ਵੀ ਕੋਈ ਮਿਲੂਗੀ ਤਾਂ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ। ਤੇ ਪੇਪਰਾਂ ਬਾਰੇ ਜਿਹੜੇ ਆਪਾਂ ਜੇਕਰ ਗੱਲ ਕਰੀਏ ਤੇ ਪੇਪਰਾਂ ਬਾਰੇ ਸਾਡੇ ਹਿਸਾਬ ਦੇ ਨਾਲ ਤਾਂ ਇਹ ਆ ਵੀ ਜਿਹੜੇ 2020 ਦੇ ਵਿੱਚ ਜਿਹੜੇ ਪੇਪਰ ਭਰੇ ਹੋਏ ਆ ਪਹਿਲਾਂ ਉਹ ਸਰਕਾਰ ਕੱਢ ਦੇਵੇ ਤਾਂ ਜ਼ਿਆਦਾ ਬੈਟਰ ਰਹੇਗਾ। ਵੀ ਨਵੇਂ ਪੇਪਰ ਖੋਲ੍ਹਣ ਦੇ ਜਿਹੜੇ ਆ ਹਰ ਸਾਲ ਸਰਕਾਰ ਇੱਦਾਂ ਕਰਦੀ ਹੈ ਵੀ ਕਾਫੀ ਜਿਹੜੇ ਪੁਰਾਣੇ ਹੁੰਦੇ ਬੰਦੇ ਉਹ ਨਹੀਂ ਸੱਦਦੀ ਹੈਗੀ, ਨਵੇਂ ਪੇਪਰ ਹੋਰ ਖੋਲ੍ਹ ਦਿੰਦੀ ਹੈ। ਪੈਸਾ ਜਿਹੜਾ ਇੱਕ ਹਿਸਾਬ ਦਾ ਜਿਹੜਾ ਚੱਕਰ ਸਾਰਾ। ਤੇ ਇਸ ਤੋਂ ਇਲਾਵਾ ਬਾਕੀ ਫਲਾਈਟਸ ਬਾਰੇ ਸਾਨੂੰ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਜਿਹੜੇ ਕਮੈਂਟ ਸਭ ਤੋਂ ਵੱਧ ਕੀਤੇ ਜਾਂਦੇ ਆਪਣੇ ਵੀਰਾਂ ਦੇ ਵੱਲੋਂ, ਭਾਜੀ ਫਲਾਈਟਸ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਨਵੀਂ ਦੇਵੋ। ਸੋ ਵੀਰੋ 1-2-3 ਦਿਨਾਂ ਤੱਕ ਜਿਹੜੀ ਫਲਾਈਟਸ ਦੀ ਕੋਈ ਨਵੀਂ ਇਨਫੋਰਮੇਸ਼ਨ ਜਿਹੜੀ ਆਪਣੇ ਸਾਹਮਣੇ ਜਿਹੜੀ ਆ ਬਹੁਤ ਜਲਦ ਹੁਣ ਆ ਜਾਣੀ ਆ। ਅੱਜ 24 ਤਰੀਕ ਹੋ ਚੁੱਕੀ ਹੈ ਤੇ ਐਤਵਾਰ ਨੂੰ ਤਾਂ ਕੱਲ੍ਹ ਨੂੰ ਕੋਈ ਇਨਫੋਰਮੇਸ਼ਨ ਨਹੀਂ ਆਉਣੀ ਫਿਲਹਾਲ ਹਲੇ ਫਲਾਈਟਸ ਦੀ। ਸੋਮਵਾਰ ਤੋਂ ਇਨਫੋਰਮੇਸ਼ਨ ਜਿਹੜੀ ਸਾਹਮਣੇ ਤੁਹਾਡੇ ਆ ਸਕਦੀ ਆ। ਵੈਸੇ ਜਨਰਲੀ ਜੇਕਰ ਗੱਲ ਕਰੀਏ ਤਾਂ ਜਿਹੜੀ ਸਰਕਾਰ ਜਿਹੜੀ ਹੁੰਦੀ ਅਪਡੇਟ 1-2 ਦਿਨ ਪਹਿਲਾਂ ਦਿੰਦੀ ਆ ਆਪਣੀ ਸਾਈਟਸ ਦੇ ਉੱਤੇ। ਤੇ ਜਿਹੜਾ ਸਾਡਾ ਚੈਨਲ ਹੈ ਬਾਕੀ ਵੀਰੋ ਇਹਦੇ ਵਿੱਚ ਸਾਡੇ ਕੋਲ ਕੋਈ ਖੂਫੀਆ ਜਾਣਕਾਰੀ ਜਾਂ ਖੂਫੀਆ ਸੂਤਰਾਂ ਤੋਂ ਸਾਨੂੰ ਅਸੀਂ ਨਹੀਂ ਪਤਾ ਲਗਾਈਦਾ। ਸੋ ਅਸੀਂ ਸਿਰਫ ਜਿਹੜੀ ਓਫੀਸ਼ੀਅਲ ਇਨਫੋਰਮੇਸ਼ਨ ਹੁੰਦੀ ਜਦੋਂ ਉਹਦੀ ਦੱਸਾਂਗੇ ਤੁਹਾਨੂੰ। ਤੇ ਇਸ ਤੋਂ ਇਲਾਵਾ ਬਾਕੀ ਲੋਂਬਾਰਦੀਆਂ 'ਚ ਅੱਜ 575 ਕੇਸ, ਵਿਨੋਤੋ ਵਿੱਚ 576, ਕੰਪਾਨੀਆਂ 'ਚ 341, ਮਿਲੀ ਰੋਮਾਨੀਆ 'ਚ 468 ਕੇਸ, ਪੀਮੋਂਤੇ 'ਚ 161, ਲਾਥੀਓ 'ਚ 845, ਪੂਲੀਆ 'ਚ 138, ਤੁਸਕਾਨਾ 'ਚ 441, ਸਿਚੀਲੀਆ 'ਚ 626, ਜੂਲੀਆ 'ਚ 68 ਕੇਸ, ਮਾਰਕੇ 'ਚ 105, ਲਿਗੂਰੀਆ 'ਚ 140, ਬਰੂਸਲੀ 53, ਬੋਲਸੋਨੋ 'ਚ 12, ਕਲਾਬਰੀਆ 'ਚ 136, ਸਰਦੀਨੀਆ 'ਚ 285, ਉਮਬਰੀਆ 'ਚ 95, ਟ੍ਰੇਨਤੋ 'ਚ 40, ਬਾਜ਼ਿਲਿਕਾ 'ਚ 27, ਮੁਲੀਜ਼ੇ 'ਚ 4 ਤੇ ਵਰਲਡ ਦਾ ਔਸਤੋ 'ਚ 6 ਜਿਹੜੇ ਕੇਸ ਸਾਹਮਣੇ ਆਏ ਆ। ਸੋ ਬਾਕੀ ਇਹ ਸੀਗੀਆਂ ਵੀਰੋ ਆਪਣੀਆਂ ਕੁਝ ਨਵੀਆਂ ਤਾਜ਼ਾ ਅਪਡੇਟਸ ਤੇ ਬਾਕੀ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਵੀਕਐਂਡ ਤੇ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਹੁਣ ਕੱਲ੍ਹ ਦੀਆਂ ਅਪਡੇਟ ਦੇ ਨਾਲ। ਤਲੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ।